अस्सलाम वालेकुम दोस्तों। लो जी दोस्तों, रंधावा व्लॉग यूट्यूब चैनल ते खुश आमदीद ते तमाम दो ठीक ठाक होणगे। लो जी दोस्तों, जहांगीर वाला मेला लगा जी ते मेले दे अंदर बड़ियां बड़ियां हस्तियां आईयां ने। मलक साहब आए ने साडे नाल, मलक रब नवाज, अवान साहब, नदीम साहब ते भाई रियाज जट। ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ATS 290 ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਟਰੈਕਟਰ ਨਵਾਂ ਤੁਸੀਂ ਜਿਹੜਾ ਨਵੀਆਂ ਤਬਦੀਲੀਆਂ ਵਾਲਾ ਕੈਸਾ ਤੁਹਾਨੂੰ ਲੱਗਾ ਵਾ, ਕੀ ਤੁਹਾਡਾ ਫੀਡਬੈਕ ਆ, ਮੁਕੰਮਲ ਗੱਲਬਾਤ ਕਰਦੇ ਹਾਂ। अस्सलाम वालेकुम जी। वालेकुम अस्सलाम जी। ਜੀ ਮਲਕ ਸਾਹਿਬ ਕੀ ਹਾਲ ਚਾਲ ਜੀ? शुक्र अलहमदुलिल्लाह खैर। ਮਲਕ ਸਾਹਿਬ ਸਭ ਤੋਂ ਪਹਿਲੇ ਤਾਂ ਵੈਲਕਮ, ਤੁਸੀਂ ਸਾਡੇ ਇਲਾਕੇ 'ਚ ਆਏ ਜੇ, ਮੇਲੇ 'ਚ ਆਏ ਜੇ, ਮੇਲੇ ਨੂੰ ਜਿਹੜੀ ਆ ਉਹ ਰੌਣਕ ਨੂੰ ਦੁਬਾਲਾ ਕੀਤਾ। ਮਿਹਰਬਾਨੀ ਤੁਹਾਨੂੰ ਖੁਸ਼ ਆਮਦੀਦ ਕਹਿੰਦੇ। शुक्रिया जी। मेला एक रौनक हुंदी, रौनका मेले उही खत्म हो गए। टाइम ही किसी को कोई नहीं हुंदा। मैं हुण सरगोदा तू आया, हर साल आना, ठीक है। ਇੱਥੇ ਇਹ ਹੁੰਦਾ ਚਾਰ ਸੱਜਣ ਲੱਗਦੇ, ਬੇਲੀ ਯਾਰ ਬੇਲੀ, ਪੁਰਾਣੀਆਂ ਸੰਗਤਾਂ ਮਿਲ ਜਾਂਦੀਆਂ, ਸਹੇਲੀਆਂ ਮਿਲ ਜਾਂਦੀਆਂ, ਜਿਹੜੇ ਅਸੀਂ ਮੋਬਾਈਲ ਵਿੱਚ ਵੇਖਦੇ ਹਾਂ, YouTube ਤੇ ਵੇਖਦੇ ਹਾਂ। ਅੱਜ ਅਸੀਂ ਲਾਈਵ ਇੱਕ ਦੂਜੇ ਨੂੰ ਮਿਲ ਰਹੇ ਹਾਂ, ਵੇਖ ਰਹੇ ਹਾਂ, ਗੱਪਸ਼ਪ ਹੋ ਰਹੀ ਹੈ, ਸਾਰੇ ਮਿਲ ਰਹੇ ਹਾਂ। ਮੇਲਾ ਅੱਛਾ ਕੰਮ ਹੈ, ਹੋਣਾ ਚਾਹੀਦਾ। ਮੇਲਾ ਇਸੇ ਨਹੀਂ ਆਖਦੇ, ਇੰਜੋਇਮੈਂਟ ਹੋ ਜਾਂਦੀ, ਜ਼ੇਨ ਟੈਨਸ਼ਨ ਫਰੀ ਹੋ ਜਾਂਦਾ ਬੰਦਾ। ਇਹ ਅੱਛਾ ਇਵੈਂਟ ਹੈ। ਅਸੀਂ ਦਾਤ ਦਿੰਦੇ ਹਾਂ ਜਹਾਂਗੀਰ ਕਲਾਂ ਵਾਲਿਆਂ ਨੂੰ, ਜਿਹੜਾ ਇਹ ਮੇਲਾ ਲਵਾਉਂਦੇ ਨੇ ਹਰ ਸਾਲ। ਬਹੁਤ ਅੱਛਾ ਇੰਤਜ਼ਾਮ ਹੁੰਦਾ ਇਹਨਾਂ ਦਾ, ਮਾਸ਼ਾਅੱਲਾ ਅੱਛਾ ਇੰਤਜ਼ਾਮ ਹੈ ਇਹਨਾਂ ਦਾ। ਅਸੀਂ ਇਹਨਾਂ ਨੂੰ ਦਾਤ ਦਿੰਦੇ ਹਾਂ। ਅੱਛਾ ਮਲਕ ਸਾਹਿਬ, ATS 290 ਤੁਸੀਂ ਦੇਖ ਰਹੇ ਕਾਫੀ ਦੇਰ ਤੋਂ। ਜੀ। ਪਹਿਲੀ ਦਫਾ ਮੇਲੇ ਤੇ ਆਏ ਤੁਸੀਂ, ਉਦੋਂ ਵੀ ਵੇਖਿਆ, ਕੰਪਨੀ ਨੂੰ ਕੋਈ ਮਸ਼ਵਰੇ ਦਿੱਤੇ। ਜੀ। ਹੁਣ ਕੰਪਨੀ ਨੇ ਕਾਫੀ ਸਾਰੀਆਂ ਤਬਦੀਲੀਆਂ ਕੀਤੀਆਂ ਨਵੇਂ ਮਾਡਲ ਦੇ ਵਿੱਚ। ਜੀ। ਇਹਦੇ ਬਾਰੇ ਕੀ ਫੀਡਬੈਕ ਆ ਤੁਹਾਡਾ? ਮਾਸ਼ਾਅੱਲਾ ਜੀ, ਨਦੀਮ ਭਾਈ ਖੜੇ ਨੇ, ਉਸ ਲਈ ਵੀ ਆਇਆ। ਇਹਨਾਂ ਨੂੰ ਅਸੀਂ ਇਹਦੇ ਬਾਰੇ ਦੱਸਿਆ ਸੀ ਕਿ ਪਹਿਲੇ ਤੇ ਹੈ ਸੀ ਸਾਰਾ ਹੀ 265 ਸਟicker 290 ਦੇ ਨਾਲ ਲਾਇਆ ਸੀ, ਹੈ ਸੀ ਸਾਰਾ 265 ਸਪੈਸ਼ਲ। ਇਹਨਾਂ ਨੇ ਤਬਦੀਲੀਆਂ ਕੋਈ ਦੱਸ ਕੇ ਦਿੱਤੀਆਂ, ਇਹ ਤਬਦੀਲੀਆਂ ਕਰੋ। ਅਸੀਂ ਇਹ ਇਹਨਾਂ ਨੇ ਆਖਿਆ ਸੀ ਕਿ ਇਹ ਤਬਦੀਲੀ ਕਰੋ। ਪਹਿਲੇ ਫੁੱਲ ਬੰਦ ਹੁੰਦੀ ਸੀ 265 ਦੇ ਵਿੱਚ। ਮਸਲਾ ਇਹ ਹੈ ਸੀ ਕਿ ਉਹ ਗਰਮ ਹੁੰਦਾ ਸੀ ਟਰੈਕਟਰ, ਉਹ ਸਿਰਫ ਸਾਹਮਣੇ ਫਰੰਟ ਤੋਂ ਹਵਾ ਲੈਂਦਾ ਸੀ, ਰੇਡੀਏਟਰ ਉਹਦਾ ਛੋਟਾ ਹੁੰਦਾ ਸੀ। 265 ਮੈਂ ਆਪ ਰੱਖਿਆ, ਮੈਂ ਚਲਾਇਆ, ਮੈਂ ਕਿਸੇ ਦੀ ਗੱਲ ਨਹੀਂ ਪਿਆ ਕਰਦਾ, ਉਹ ਗਰਮ ਹੁੰਦਾ ਹੀ। ਉਹਨਾਂ ਨੂੰ ਆਖਿਆ ਕਿ ਇੱਕ ਤਾਂ ਰੇਡੀਏਟਰ ਇਹਦਾ ਵੱਡਾ ਪਾਓ, ਦੂਸਰਾ ਇਹਨੂੰ ਸਾਈਡ ਤੋਂ ਜਾਲੀਆਂ ਲਾਓ ਤਾਂ ਜੋ ਇਹ ਹਵਾ ਜਿਵੇਂ 75-85 ਦੀ ਜਾਲੀ ਲੈ ਕੇ ਬਾਹਰੋਂ ਹਵਾ ਖਿੱਚਦੀ, ਇਹਨੂੰ ਹਵਾ ਜਗ੍ਹਾ ਮਿਲੇ ਕਿ ਹਵਾ ਰੇਡੀਏਟਰ ਨੂੰ ਮਿਲੇ, ਰੇਡੀਏਟਰ ਠੰਡਾ ਰਹੇ। ਰੇਡੀਏਟਰ ਠੰਡਾ ਹੋਣਾ ਤੇ ਇੰਜਨ ਠੰਡਾ, ਰੇਡੀਏਟਰ ਗਰਮ ਹੋ ਜਾਣਾ ਤੇ ਇੰਜਨ ਨੇ ਗਰਮ ਹੋ ਜਾਣਾ। ਉਸ ਤੋਂ ਬਾਅਦ ਇਹ ਬ੍ਰੇਕ ਪੈਡਲ ਆ ਗਏ। ਪਹਿਲੇ ਪੁਰਾਣੇ ਡਿਜ਼ਾਈਨ ਵਾਲੇ ਆਏ 265 ਵਾਲੇ, ਜਿਹੜੇ 1980 ਵਾਲੇ ਮਾਡਲ, 1977 ਵਾਲੇ, ਬਲਕਿ ਨਹੀਂ 77 ਤੋਂ 35X ਵਾਲੇ, 1970 ਵਾਲੇ, 68 ਮਾਡਲ ਵਾਲੇ, ਉਹ ਡਿਜ਼ਾਈਨ ਆਈ। ਇਹਨਾਂ ਨੇ ਆਖਿਆ ਤਬਦੀਲ ਕਰੋ, ਪੈਦਾਨ ਚੇਂਜ ਕਰੋ। ਇਹਨਾਂ ਇਹ ਤਬਦੀਲੀਆਂ ਕਰ ਦਿੱਤੀਆਂ। ਸ਼ੋਅ ਅਜੇ ਤੱਕ ਇਹਨਾਂ ਡਿਜ਼ਾਈਨ 265 ਵਾਲਾ ਹੀ ਰੱਖਿਆ ਹੋਇਆ, ਇਹਦੇ 'ਚ ਇਹ ਤਬਦੀਲੀ ਕੋਈ ਨਹੀਂ ਲੈ ਕੇ ਆਏ। ਬਾਕੀ ਇੰਜਣ ਜਿਹੜਾ ਹੈ ਉਹ ਨਦੀਮ ਸਾਹਿਬ ਨੂੰ ਪਤਾ ਬਈ ਇਹਦੇ ਵਿੱਚ ਕੀ ਪਾਇਆ ਹੋਇਆ ਜੀ, ਬਈ ਇਹਦੇ ਅੰਦਰ ਕੀ ਹੈ। ਮੈਂ ਬੜੇ ਪਰੇਸ਼ਾਨ ਹੋ ਗਿਆ ਬਈ, ਇਤਨੇ ਅਸੀਂ ਲੱਖਾਂ ਦੇ ਹਿਸਾਬ ਪੈਸੇ ਦਿੰਦੇ ਹਾਂ ਇਹਨਾਂ ਕੋਲੋਂ ਲੈ ਕੇ ਆਉਂਦੇ ਹਾਂ। ਕਮ ਅਜ਼ ਕਮ ਮੈਟੀਰੀਅਲ ਤਾਂ ਠੀਕ ਯਾਰ ਸਾਨੂੰ ਪਾ ਕੇ ਦੇਵੇ। ਸਾਡੇ ਕੋਲ ਕੋਈ ਪੈਸੇ ਹਰਾਮ ਦੇ ਤਾਂ ਕੋਈ ਨਹੀਂ ਹੁੰਦੇ, ਜਾਂ ਚੋਰੀ ਕਰਕੇ ਲੈ ਆਉਂਦੇ ਹਾਂ। ਤੁਸੀਂ ਆਹ ਦੱਸੋ, ਟਰੈਕਟਰ ਦੇ ਵੀ ਸਭ ਤੋਂ ਅਹਿਮ ਚੀਜ਼ ਕੀ ਹੁੰਦੀ? ਕਰੰਕ ਹੁੰਦੀ। ਉਹ ਕਰੰਕ ਦਾ ਪਤਾ ਹੀ ਨਹੀਂ, ਉਹ ਹੈ ਬਣੀ ਹੈ ਗੁਜਰਾਂਵਾਲੇ ਦੀ ਬਣੀ ਹੋਈ ਹੈ, ਲਾਹੌਰ ਦੀ, ਜਿਹਦੇ ਉੱਤੇ ਉਹਦਾ ਨਾਮ ਮਾਂ ਪਿਓ ਵੀ ਕੋਈ ਨਹੀਂ ਲਿਖਿਆ ਹੋਇਆ। ਇਹ ਹਾਲ ਹੈ। ਹੁਣ ਨਦੀਮ ਸਾਹਿਬ ਇਹਦੇ ਬਾਰੇ ਦੱਸਣ, ਇਹਦੇ ਵਿੱਚ ਕੀ ਨਾ ਪਾਇਆ ਹੋਇਆ ਜੀ ਨਦੀਮ ਸਾਹਿਬ? ਜੀ ਇਹਦੇ ਵਿੱਚ ਇਹਨਾਂ ਨੇ ATS ਦੀ ਕਰੰਕ ਪਾਈ ਹੈ। ਅੱਛਾ ਜੀ, ATS ਦੀ ਕਰੰਕ ਪਾਈ ਹੈ, ATS ਦੇ ਪਿਸਟਨ ਪਾਏ ਹੈ। ਠੀਕ ਹੋ ਗਿਆ, ਮਤਲਬ ਇਹ ਜੋ ATS ਤੁਸੀਂ ਲਿਖਿਆ ਇਹ ਹੀ ਹੈ। ATS ਦੀ ਕਰੰਕ ਹੈ, ATS ਦੇ ਪਿਸਟਨ ਹੈ, ਔਰ ਇਹਦੇ ਵਿੱਚ ਸਲੀਵਾ ਜਾਂ ਚਾਈਨਾ ਵਾਲੀਆਂ ਕੱਢ ਕੇ ਠੀਕ ਹੈ ਦੁਬਾਰਾ ATS ਦੀ ਸਲੀਵਾ ਤੇ ATS ਦੇ ਰਿੰਗ। ਅੱਛਾ, ATS ਦੇ ਰਿੰਗ ਨੇ, ATS ਪਿਸਟਨ, ATS ਦੇ ਸਲੀਪ, ਕਰੰਕ ATS ਹੈ। ਅੱਛਾ, ਡੀਜ਼ਲ ਪੰਪ ਕੀ ਇਹਦਾ? ਡੀਜ਼ਲ ਪੰਪ ਇਹਦੇ ਵਿੱਚ ਡੈਲਫੀ ਵਾਲਾ ਹੈ। ਡੈਲਫੀ ਵਾਲਾ ਵੀ ਲੱਗਦਾ, ਉਹ ਦੂਸਰੀ ਕੰਪਨੀਆਂ ਦਾ ਵੀ। ਕਿਹੜੀ ਉਹ SKB ਕੇ ਕੀ ਹੈ ਹੁੰਦਾ ਸੀ? WSK ਦੇ ਹੁਣ ਬੰਦ ਹੋ ਗਿਆ। ਅੱਛਾ, ਬੰਦ ਹੋ ਗਿਆ। ਪਿੱਛੇ ਆ ਜਾਓ ਇਹਦੇ। ਅੱਛਾ, ਇਹ ਫਰੰਟ ਹਿੱਸਾ ਤੇ ਲੋਕਲ ਹੈ ਨਾ? ਫਰੰਟ ਹਿੱਸਾ ਸਾਰਾ ਲੋਕਲ ਤੇ ਜੈਕ ਕੀ ਹੈ? ਜੈਕ ਵੀ ਲੋਕਲ ਹੈ। ਲੋਕਲ ਹੈ। ਗੇਅਰ ਤੇ ਆ ਜਾਓ, ਗੇਅਰ ਦੇ ਵਿੱਚ ਕੀ ਹੈ? ਗੇਅਰ ਦੇ ਵਿੱਚ ਵੀ ਇਹਨਾਂ ਨੇ ਸਮਾਨ ਜਿਹੜਾ ਨਾ ਕੁਝ ATS ਦਾ ਪਾਇਆ, ਕੁਝ ਚੰਦ ਚੀਜ਼ਾਂ ਲੋਕਲ, ਕੁਝ ਲੋਕਲ ਵੀ ਹੈਗੀ। ਠੀਕ ਹੋ ਗਿਆ, ਨਹੀਂ ਹੈ ਕਿ ਸਾਰਾ ਹੀ ਠੀਕ ਹੋ ਗਿਆ, ਕੁਝ ਲੋਕਲ ਵੀ ਹੁੰਦੀ ਹੈ। ਠੀਕ ਹੋ ਗਿਆ। ਬਾਕੀ ਅੱਲਾ ਪਿਛਲਾ ਹਿੱਸਾ ਆ ਗਿਆ। ਪਿਛਲੇ ਹਿੱਸੇ ਦੇ ਵਿੱਚ ਵੀ ਇਹਨਾਂ ਦਾ ਇਸੇ ਤਰ੍ਹਾਂ ਹੀ ਹੈ, ਮਤਲਬ ਸੇਮ ਇਸੇ ਤਰ੍ਹਾਂ। ਕੁਝ ਵਲੈਤੀ ਹੈ, ਕੁਝ ਠੀਕ ਹੋ ਗਿਆ। ਬਲਾਕ ਜਿਹੜਾ ਹੈ, ਬਲਾਕ ਹੈ ਲੋਕਲ ਹੈ ਜਾਂ ਹਾਂ? ਬਲਾਕ ਹੈ ਇੰਪੋਰਟਡ ਹੈ। ਇੰਪੋਰਟਡ ਤੋਂ ਮੁਰਾਦ ਜੀ ਕਿਹੜੇ ਮੁਲਕ ਦਾ? ਚਾਈਨਾ। ਠੀਕ ਹੋ ਗਿਆ। ਬਲਾਕ ਵੀ ਚਾਈਨਾ ਦਾ ਆ, ਨਹੀਂ ਕਿ ਆਪ ਚਾਈਨਾ ਦਾ ਪਾ ਰਹੇ। ਹਾਂ। ਜਿਤਨੇ ਟਰੈਕਟਰ ਪਾਕਿਸਤਾਨ 'ਚ ਵੱਡੇ ਬਣਦੇ ਪਏ ਆ, ਠੀਕ ਹੈ, तमाम ਕੰਪਨੀਆਂ ਚਾਈਨਾ ਤੋਂ ਬਣਵਾ ਰਹੀ ਹੈ। ਠੀਕ ਹੋ ਗਿਆ।
ਪਾਕਿਸਤਾਨ ਦੇ ਵਿੱਚ ਬਲਾਕ ਨਹੀਂ ਬਣ ਰਿਹਾ। ਪਾਕਿਸਤਾਨ 'ਚ 4 ਸਿਲੰਡਰ ਦਾ ਬਲਾਕ ਅਜੇ ਤੱਕ ਨਹੀਂ ਠੀਕ ਹੋ ਗਿਆ ਟੋਟਲ ਇੰਪੋਰਟਡ ਹੈਡਵੀਅਰ 'ਚ ਇੰਪੋਰਟ ਠੀਕ ਹੋ ਗਿਆ ਬਾਕੀ ਪਿਛਲਾ ਹਿੱਸਾ ਜਿਹੜਾ ਹੈ ਪਿਛਲਾ ਹਿੱਸਾ ਵੀ ਜਿਸ ਤਰ੍ਹਾਂ ਗੇਅਰ ਦਾ ਦੱਸਿਆ ਇਹ ਬਾਕੀ ਗੇਅਰ ਦਾ ਹਾਊਸਿੰਗ ਜਿਹੜਾ ਹੈ ਇਹ ਲੋਕਲ ਆ ਸਾਰੀਆਂ ਹਾਈਡ੍ਰੋਲਿਕ ਟਾਪਾ ਲੋਕਲ ਟਿਊਬਾਂ ਲੋਕਲ ਹੁੰਦੀਆਂ ਲਿੰਕਾਂ ਵਗੈਰਾ ਜੋ ਕੁਝ ਹੈ ਸ਼ੋ ਮਡੀਗਾਰਡ ਸਾਰਾ ਲੋਕਲ ਹੈ। ਅੱਛਾ ਜਦੋਂ ਤੁਸੀਂ ਪਿਛਲੀ ਦਫਾ ਆਏ ਜੀ, ਜੀ। ਸੀ ਤੁਸੀਂ ਕੰਪਨੀ ਨੂੰ ਮਸ਼ਵਰਾ ਦੇ ਕੇ ਗਏ ਸੀ ਵੀ ਇੰਜ ਕਰੋ ਜੀ। ਕੋਈ ਕੰਪਨੀ ਨੇ ਤੁਹਾਡੀ ਕੋਈ ਗੱਲ ਸੁਣੀ ਆ? ਨਹੀਂ ਅੱਜ ਗੱਲ ਸੁਣੀ ਨੇ ਤਾਂ ਹੀ ਅਸੀਂ ਪੈ ਦੱਸਦੇ ਆਂ ਬਈ ਤਬਦੀਲੀ ਆਈਆਂ ਖੜੀਆਂ ਸਹੀ। ਹਾਂਜੀ ਨਹੀਂ ਅੱਗੇ ਨਾਲੋਂ ਕਾਫੀ ਬਿਹਤਰ ਕਾਫੀ ਬਿਹਤਰ। ਦੇਖੋ ਨਾ ਇੱਕ ਚੀਜ਼ ਕਈਆਂ ਸਾਲਾਂ ਤੋਂ ਚੱਲ ਰਹੀ ਆ, 1 ਸਾਲ 2 ਤੋਂ ਚੱਲ ਰਹੀ ਆ, ਆਸਤਾ ਹੀ ਥੋੜਾ ਬਿਹਤਰ ਕਰੇਗੀ ਨਾ। ਜੀ ਬਿਲਕੁਲ ਆਹਿਸਤਾ ਸਾਲ ਫਿਰ ਇੱਕ ਹੋਰ ਗੱਲ ਸੁਣੋ ਕੱਤਾ ਕਲਾਮੀ ਜੀ, ਅਸੀਂ ਜਿਹੜੇ ਜ਼ਮੀਨਦਾਰ ਲੋਕ ਆ ਨਾ ਜਿਨ੍ਹਾਂ ਇਹ ਟਰੈਕਟਰ ਰੱਖੇ ਹਨ ਕਿਉਂਕਿ ਇਹ ਜ਼ਮੀਨਦਾਰ ਦਾ ਸਮਾਨ ਹੈ, ਇਹ ਕੋਠੀਆਂ ਵਾਲਿਆਂ ਦਾ ਨਹੀਂ, ਇਹ ਜ਼ਮੀਨਦਾਰਾਂ ਦਾ ਇਹ ਹਥਿਆਰ ਹੈ। ਜ਼ਮੀਨਦਾਰ ਨੇ ਇਹਨੂੰ ਚਲਾਣਾ, ਉਹਨੇ ਇਸਤੇਮਾਲ ਕਰਨਾ, ਉਸਨੇ ਫਾਲਟ ਆਣਾ, ਉਸ ਦੱਸਣਾ ਕਿ ਫਲਾਂ ਜਗ੍ਹਾ ਤੂੰ ਇਹ ਮਸਲਾ ਕਰ ਰਿਹਾ, ਇਹ ਫਾਲਟ ਕਰ ਰਿਹਾ। ਇਹਨਾਂ ਨੂੰ ਕੋਈ ਗਾਇਬ ਦਾ ਇਲਮ ਨਹੀਂ ਆ ਜਾਣਾ ਬਈ ਠੀਕ ਹੈ ਜੀ ਠੀਕ ਹੈ, ਸਾਡੇ ਤਜਰਬੇ ਸਾਡੇ ਚੋਂ ਲੰਘਣਾ। ਅਸੀਂ ਇਹਨਾਂ ਨੂੰ ਦੱਸਣਾ ਕਿ ਇਹ ਫਲਾਂ ਚੀਜ਼ ਇੱਥੋਂ ਖਰਾਬ ਹੈ, ਇਹਨੂੰ ਇੱਥੋਂ ਠੀਕ ਕਰੋ, ਇਹਦੇ 'ਚ ਇਹ ਮਸਲਾ ਆ ਰਿਹਾ ਜੀ। ਇਹਨਾਂ ਤੇ ਬਣਾ ਕੇ ਜੋੜ ਕੇ ਦੇ ਦੇਣਾ, ਚਲਾਣਾ ਅਸੀਂ ਆ। ਪ੍ਰੈਕਟੀਕਲ ਜਿਹੜਾ ਅਸਲ ਕੰਮ ਹੁੰਦਾ ਉਹ ਜ਼ਮੀਨਦਾਰ ਕੋਲ ਹੁੰਦਾ। ਅੱਛਾ ਮਲਕ ਸਾਹਿਬ ਐਜ਼ ਏ ਫਾਰਮਰ ਹੋਣ ਦੇ ਨਾਤੇ ਜੀ ਤੇ ਕੰਪਨੀ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ, ਕੀ ਮਜ਼ੀਦ ਇਹਦੇ ਵਿੱਚ ਬਿਹਤਰ ਕਰ ਸਕਦੇ ਨੇ? ਸਰ ਅਸੀਂ ਇੱਕ ਤੇ ਗੱਲ ਆਖਾਂ ਕਿ ਕੋਸ਼ਿਸ਼ ਕਰਨ ਕਿ ਰੇਟ ਜ਼ਰਾ ਥੋੜਾ ਜਿਹਾ ਇਹਦਾ ਡਾਊਨ ਕਰੇ। ਰੇਟ ਇਹਦਾ ਜੀ ਮਤਲਬ ਸਾਹਿਬ ਸਾਰਾ ਤੇ ਪਹਿਲੇ ਹੀ ਡਾਊਨ ਹੈ। ਸੁਣੋ ਮਜ਼ੀਦ ਅਸੀਂ ਲਾਲਚ ਜ਼ਮੀਨਦਾਰ ਇੱਥੋਂ ਹੀ ਲਾਲਚ ਰਹਿੰਦਾ ਯਾਰ ਮੈਨੂੰ ਕੋਈ ਸ਼ੈਡ ਸਸਤੀ ਲੱਭੇ, ਚੀਜ਼ ਸਸਤੀ ਹੋਵੇ, ਮਿਆਰ ਅੱਛਾ। ਅਸੀਂ ਆਖਦਾ ਮਿਲਤ ਨਾਲੋਂ ਇਹਦਾ ਮਿਆਰ ਅੱਛਾ। ਸਹੀ ਠੀਕ ਹੋ ਗਿਆ। ਦੂਸਰੀ ਗੱਲ ਹੋਰ ਕੋਈ ਇਹਦੀ ਡਿਜ਼ਾਈਨ ਸ਼ੋਅ ਦਾ ਡਿਜ਼ਾਈਨ ਥੋੜਾ ਜਿਹਾ ਚੇਂਜ ਕਰੇ ਕਿਉਂਕਿ ਇਹ 265 ਵਾਲਾ ਡਿਜ਼ਾਈਨ ਹੈ। ਇਹ ਮਲਕ ਸਾਹਿਬ ਇਨਸ਼ਾਅੱਲਾ ਜਦੋਂ ਅਗਲੇ ਵੇਲੇ ਤੁਸੀਂ ਆਣਾ ਹੈ ਨਾ ਠੀਕ ਹੋ ਗਿਆ ਜੀ ਰਿਆਜ਼ ਭਾਈ, ਤੁਹਾਨੂੰ ਇਹਦੇ ਵਿੱਚ ਕਾਫੀ ਤਬਦੀਲੀ ਠੀਕ ਹੋ ਗਿਆ ਠੀਕ ਹੋ ਗਿਆ। ਅਸੀਂ ਵੀ ਕੰਪਨੀ ਨੂੰ ਕਿਹਾ, ਤੁਸੀਂ ਵੀ ਕਿਹਾ, ਠੀਕ ਹੋ ਗਿਆ ਠੀਕ ਹੈ। ਤੇ ਕੰਪਨੀ ਜ਼ਿਮੀਂਦਾਰਾਂ ਦੀ ਮੰਨਦੀ ਹੈ ਬਿਲਕੁਲ ਤੇ ਮੰਨ ਕੇ ਟੁਰਦੀ। ਅੱਛਾ ਨਦੀਮ ਸਾਹਿਬ ਇੱਕ ਹੋਰ ਸਵਾਲ ਆ ਗਿਆ ਮੇਰੇ ਦੇਣੀ, ਇਹਦੇ ਕੋਈ ਗੀਅਰ ਦੇ ਵਿੱਚ ਚੇਂਜਿੰਗ ਕਰਵਾਉਣਾ, ਤੁਸੀਂ ਤਾਂ ਮਕੈਨਿਕ ਹੋ, ਇਹਨੂੰ ਸਾਈਡ ਸ਼ਿਫਟਰ ਕਰਵਾ ਕੋਈ ਇਹਦਾ ਨਿਜ਼ਾਮ ਲੈ ਆਓ। ਗੇਅਰ ਹੀ ਬਦਲਣਾ ਪੈਂਦਾ ਸਰ ਗੇਅਰ ਕਰੋ ਇਹਦੇ ਵਿੱਚ ਕੋਈ, ਇਹਦੇ ਨਵੀਂ ਜਿਸ ਤਰ੍ਹਾਂ ਵਾਈਟੋ ਦੇ ਵਿੱਚ ਹੈ ਪੂਰਾ ਗੇਅਰ ਹੀ ਹੋ ਰਿਹਾ ਸਰ, ਇਹਦੇ ਵਿੱਚ ਵੀ ਕੋਈ ਕਰੋ। ਇਹ ਰਵਾਇਤੀ ਗੇਅਰ ਇੱਕੋ ਹੀ ਚੱਲ ਰਿਹਾ, 240 ਦਾ ਇਹੀ ਗੇਅਰ ਹੈ, 260 ਦਾ ਇਹੀ ਗੇਅਰ ਹੈ, 375 ਦਾ ਇਹੀ ਗੇਅਰ ਹੈ, 385 ਦਾ ਇਹੀ ਹੈ, 290 ਦਾ, ਸਾਰਿਆਂ ਦਾ ਡਿਜ਼ਾਈਨ ਇੱਕ ਹੀ। ਅਸੀਂ ਆਨੇ ਕੋਈ ਨੂੰ ਸਾਈਡ ਸ਼ਿਫਟਰ ਗੇਅਰ ਕਰਵਾ, ਰਿਵਰਸ ਫਾਰਵਰਡ ਸਪੀਡ ਬਰਾਬਰ ਹੋਵੇ, ਕੋਈ ਤਬਦੀਲੀ ਆਵੇ ਇਹਦੇ ਵਿੱਚ, ਇਹ ਥੋੜੀ ਜਿਹੀ ਇਹਦੇ ਉੱਤੇ ਮਿਹਨਤ ਕਰੋ। ਪੂਰਾ ਗੇਅਰ ਬਕਸਾ ਹੀ ਬਦਲ ਬਸ ਪਰ ਲੋਕਲ ਕੰਪਨੀਆਂ ਦੇ ਅੱਗੇ ਸਾਡੀ ਇੱਕੋ ਰਿਕੁਐਸਟ ਹੈ, ਖੁਦਾਰਾ ਪਹਿਲੇ ਆਪਣਾ ਮਿਆਰ ਚੰਗਾ ਕਰਨ। ਸਹੀ ਸਭ ਤੋਂ ਪਹਿਲੇ ਆਪਣਾ ਮਿਆਰ ਕੁਆਲਿਟੀ ਆਪਣੀ ਠੀਕ ਕरें। ਕੁਆਲਿਟੀ ਨਹੀਂ ਠੀਕ, ਜ਼ਮੀਨਦਾਰ ਪਤਾ ਨਹੀਂ ਕਿਤਨੇ ਮਜਬੂਰ ਹੋ ਕੇ ਪੈਸੇ ਕਿੱਥੋਂ ਕੱਢ ਕੇ ਲੈ ਆਂਦਾ। ਸਹੀ ਮੱਝ ਗਾਂ ਬੱਚਾ ਕੱਟਾ ਬੱਚਾ ਵੇਚ ਕੇ ਹਰ ਬੰਦੇ ਕੋਲ ਪੈਸੇ ਨਹੀਂ ਹੁੰਦੇ। ਹਾਂਜੀ ਇਹ ਉਹਨੂੰ ਪਤਾ ਜਿਹੜੇ ਟਰੈਕਟਰ ਦਾ ਟੁੱਟਦਾ ਨਾ ਤਾਂ ਉਸਲੇ ਜ਼ਮੀਨਦਾਰ ਆਪ ਟੁੱਟ ਜਾਂਦਾ ਅੰਦਰੋਂ, ਵਾ ਇਹਨੂੰ ਮੈਂ ਹੁਣ ਠੀਕ ਕਿਵੇਂ ਕਰਾਣਾ। ਉਸ ਫਿਰ ਕਦੀ ਕਿਸੇ ਕੋਲ ਮੰਗ, ਕਈ ਦਿਹਾੜੇ ਵਰਕਸ਼ਾਪਾਂ ਟਰੈਕਟਰ ਕਿਉਂ ਪੈ ਆਂਦੇ, ਉਹਨਾਂ ਦੀ ਜੇਬ ਵਿੱਚ ਪੈਸਾ ਕੋਈ ਨਹੀਂ ਹੁੰਦਾ। ਉਹ ਕਦੀ ਮੇਰੀ ਮਿਹਨਤ ਕਰ, ਕਦੀ ਤੇਰੀ ਕਰ, ਕਦੀ ਕਿਸੇ ਕੋਲ, ਅਖੀਰ ਹੱਤਾ ਕਿ ਤੂੰ ਤਾਂ ਇੰਨਾ ਹੋਵੇ ਨਾ ਤੇ ਬੱਚੀਆਂ ਦੇ ਦੇਵਰ ਵੇਚ ਕੇ ਤੋਂ ਆਣ ਕੇ। ਬਾਕੀ ਮਲਕ ਸਾਹਿਬ ਰੰਧਾਵਾ ਸਾਹਿਬ ਨੇ ਇਹਨਾਂ 2 ਟਰੈਕਟਰ ਦਿੱਤੇ ਨੇ, ਇੱਕ ਇਹਨਾਂ ਦੇ ਪਿੰਡ ਚੱਲਣ ਡਿਆ, ਮੈਂ ਦਿੱਤਾ ਹੈ ਜੀ ਇੱਕ ਨਾਲ ਦੇ ਪਿੰਡ ਚੱਲਣ ਡਿਆ, 2 ਸਾਲ ਹੋ ਗਏ ਆਪਣੀ ਮਾਨੀ ਗਰਾਨੀ ਕਵੇ ਠੀਕ ਹੈ। ਕਿ ਕੋਈ ਮਸਲਾ ਹੋਇਆ ਹੋਵੇ ਕੰਪਨੀ ਜਿਸ ਟਾਈਮ ਵਾਧਾ ਘਾਟਾ ਰਾਤ ਨਾਲ ਬੂਹੇ ਤੇ ਨਹੀਂ ਗਈ ਤੇ ਗੱਲ। ਦੇਖੋ ਜੀ ਮਲਕ ਸਾਹਿਬ ਜੇ ਕੰਪਨੀ ਦੇ ਕਲੇਮ ਦੀ ਗੱਲ ਕਰੀਏ ਨਾ ਜੀ ਕੰਪਨੀ ਦੇ ਕਲੇਮ ਦੇ ਵਿੱਚ ਜੇ ਅਸੀਂ ਰਾਤ ਨੂੰ ਫੋਨ ਕੀਤਾ ਤਾਂ ਕੰਪਨੀ 8 ਵਜੇ ਬੂਹੇ ਤੇ ਹੋਈ ਆ। ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ, ਕੰਪਨੀ ਨੂੰ ਇਸ ਸਰਵਿਸ ਅੱਛੀ ਦੇ ਰਹੇ ਨੇ, ਕੰਪਨੀ ਨੂੰ ਇਸ ਚੀਜ਼ ਦਾ ਜਿਹੜਾ ਅਸੀਂ ਨਾ ਐਪਰੀਸ਼ੀਏਟ ਕਰਦੇ ਆ। ਠੀਕ ਹੋ ਗਿਆ ਬਹੁਤ ਅੱਛੀ ਗੱਲ ਹੈ। ਤੇ ਬਾਕੀ ਇੱਕ ਚੀਜ਼ ਖਰਾਬ ਹੋਈ ਹੈ ਨਾ, ਇਹਨਾਂ ਕਿਹਾ ਦੂਸਰੀ ਖਰਾਬ ਹੈ, ਕੰਪਨੀ ਨੇ ਉਹ ਵੀ ਚੇਂਜ ਠੀਕ ਹੋ ਗਿਆ। ਵੇਖੋ ਜੀ ਕੰਪਨੀ ਦੀ ਫਾਰਮਰ ਨਾਲ ਪੂਰਾ ਤਾਮਨ ਕਰਦੀ ਹੈ ਜੀ, ਡੀਲਰ ਆ ਕੰਪਨੀ ਦੇ। ਠੀਕ ਹੋ ਗਿਆ। ਕੋਈ ਗਲਤ ਗੱਲ ਕਰਨ ਦਾ ਇਹ ਤੁਹਾਡੇ ਮੂੰਹ ਤੇ ਬੰਦਾ ਮਾਨੀ ਕਰਾਨੀ ਗੱਲ, ਇਹ ਨਹੀਂ ਵੀ ਕੋਈ ਰਿਆਜ਼ ਭਾਈ ਗੱਲ ਇਹ ਵੇ ਨਾ, ਅਗਰ ਤੁਸੀਂ ਜ਼ਮੀਨਦਾਰ ਨਾਲ ਅੱਛਾ ਵਰਤਦੇ ਹੋ ਤੇ ਜ਼ਮੀਨਦਾਰ ਵੀ ਤੁਹਾਡਾ ਅੱਛੇ ਲਫ਼ਜ਼ਾਂ ਹੀ ਨਾਂ ਲੈਣਾ। ਅਗਰ ਤੁਸੀਂ ਜ਼ਮੀਨਦਾਰ ਨਾਲ ਗਲਤ ਵਰਤੋਗੇ ਤੇ ਜ਼ਮੀਨਦਾਰ ਤੁਹਾਡੀ ਬਦਨਾਮੀ ਕਰਦੀ, 4 ਹੋਰ ਬੰਦਿਆਂ ਨੂੰ ਵੀ ਦੱਸੀ ਬਾਈ ਨਾ ਤੂੰ ਬੱਚੋ ਇਹ ਚੋਰ ਨੇ, ਠੱਗੇ ਨੇ, ਫਲਾਣੇ ਨੇ। ਦੇਖੋ ਜੀ ਮਲਕ ਸਾਹਿਬ ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ, ਹੁਣ ਤਾਂ ਕੋਈ ਲੁਕੀ ਛੁਪੀ ਗੱਲ ਰਹਿ ਹੀ ਨਹੀਂ ਗਈ। ਸਾਹਿਬ ਜ਼ਿਲ੍ਹਾ ਨਨਕਾਣਾ 'ਚ 15 ਤੋਂ 20 ਟਰੈਕਟਰ ਦਿੱਤੇ ਨੇ, ਸੱਜੇ ਖੱਬੇ ਵੀ ਦਿੱਤੇ ਨੇ। ਕੋਈ ਇੱਕ ਬੰਦਾ ਕਮੈਂਟ ਕਰੇ ਮੇਰੇ ਟਰੈਕਟਰ ਦੀ ਟੂਬ ਟੁੱਟੀ ਹੋਵੇ, ਮੇਰੇ ਟਰੈਕਟਰ ਦਾ ਬਲਾਕ ਪਾਟਾ ਹੋਵੇ,
ਮੇਰੇ ਟਰੈਕਟਰ ਨੂੰ ਕੋਈ ਮਸਲਾ ਬਣਿਆ ਹੋਵੇ, ਕੰਪਨੀ ਨੇ ਕਲੇਮ ਨਹੀਂ ਦਿੱਤਾ, ਕੰਪਨੀ ਨੇ ਬੈਕਫੀਡ ਨਹੀਂ ਦਿੱਤਾ, ਦੇਖੋ ਜੀ ਤੁਸੀਂ ਮੈਂ ਕਰਨ ਵਾਲੇ 50 ਤੋਂ ਉੱਤੇ ਟਰੈਕਟਰ ਵਿੱਚ ਨਾ ਕਿਸੇ ਦਾ ਬਲਾਕ, ਨਾ ਕਿਸੇ ਦੀ ਟਿਊਬ, ਨਾ ਕਿਸੇ ਦਾ ਸਹੀ ਹੈ, ਸ਼ੁਕਰ ਅਲਹਮਦੁਲਿਲਾ। ਅੱਛਾ ਮਲਕ ਸਾਹਿਬ, ਬਾਕੀ ਸਪੈਸ਼ਲ ਸਮਾਨ ਲੱਗਾ ਭਾਈ ਰਿਆਜ਼ ਦਾ, ਇਹ ਕਿੱਦਾਂ? ਭਾਈ ਰਿਆਜ਼ ਦੇ ਕਿਆ ਕਹਿਣੇ ਜੀ, ਰੋਜ਼ ਵੀ ਜਦੋਂ ਨਹੀਂ ਵੇਖੀਏ ਕੋਈ ਨਵੀਂ ਬੱਤੀ ਲਾ ਦਿੰਦਾ, ਕੋਈ ਨਵਾਂ ਸ਼ੀਸ਼ਾ ਲਾ ਦਿੰਦਾ, ਕੋਈ ਨਵਾਂ ਇਸ਼ਾਰਾ ਲਾ ਦਿੰਦਾ। ਲੋਕਾਂ ਨੂੰ ਆਰੇ ਤੇ ਲਾਇਆ ਵਾਹ ਜੀ ਵਾਹ, ਕਿਆ ਕਹਿਣੇ ਜੀ। ਸਹੀ। ਇਹਨਾਂ ਨੇ ਆਪਣਾ ਇੱਕ ਨਾਂ ਰੱਖਿਆ, ਛੱਤਾਂ ਦੀ ਪਹਿਚਾਣ ਹੈ ਰਿਆਜ਼ ਦੀ, ਠੀਕ ਹੈ ਨਾ? ਸਹੀ। ਰਿਆਜ਼ ਦਾ ਇੱਕ ਨਾਂ ਹੈ, ਟ੍ਰੈਂਡ ਨਵਾਂ ਚਲਾਇਆ ਟ੍ਰੈਂਡ ਇਹਨਾਂ ਨਵਾਂ। ਪਾਕਿਸਤਾਨ 'ਚ। ਸਾਹਿਬ ਬੰਦੇ ਤਰਸਦੇ ਸੀ ਚੜ੍ਹਦੇ ਪੰਜਾਬ ਵੱਲ, ਚੜ੍ਹਦੇ ਪੰਜਾਬ, ਵੇਖ। ਤੇ ਰੋਜ਼ ਐਂ ਸੀ ਵਿਆਹ ਕਰੋ, ਆਹ ਕਰੋ, ਫਿਰ ਅਸੀਂ ਵੀ ਕਰ ਦਿੱਤਾ। ਨਹੀਂ ਤੁਸੀਂ ਬਹੁਤ ਅੱਛਾ ਕੰਮ ਕੀਤਾ। ਅਸੀਂ ਤੁਹਾਨੂੰ ਦਾਤ ਦਿੰਦੇ ਆ, ਬੜੇ ਬੜੇ ਸ਼ੌਕੀਨ ਬੰਦੇ ਬੈਠੇ ਨੇ ਜਿਹੜੇ ਪੈਸਾ ਖਰਚ ਕਰਦੇ ਨੇ ਤੇ ਪੈਸਾ ਕੋਲ ਹੁੰਦਾ ਤੇ ਚੀਜ਼ ਨਹੀਂ ਲੱਭਦੀ, ਠੀਕ ਹੈ। ਹੁਣ ਇਹ ਹੋਇਆ ਕਿ ਐਮ ਰਿਆਜ਼ ਕੋਲ ਜਾਓ, ਜਿਵੇਂ ਦੀ ਜਿਸ ਤਰ੍ਹਾਂ ਗੁੜ ਪਾਈ ਜਾਓ, ਇਸ ਤਰ੍ਹਾਂ ਮਿੱਠਾ, ਜਿਸ ਤਰ੍ਹਾਂ ਪੈਸਾ ਭਰੀ ਜਾਓ, ਇਸ ਤਾਂ ਸਾਰਾ ਤੁਹਾਨੂੰ ਮਨ ਪਵਨ ਸਾਹਿਬ ਵੇਖੋ। ਸਾਡੇ ਮੁਲਕ 'ਚ ਮੁਖਤਲਿਫ ਕੰਪਨੀਆਂ ਆਈਆਂ, ਦੀਵਾਨ ਫੋਟਾਨ ਆਇਆ, ਕਿਦੇ ਗਿਆ? ਰਾਈ ਆਇਆ, ਭੱਜ ਗਿਆ, ਕਿਦੇ ਗਿਆ? ਯੂਰੋ ਫੋਰਡ ਆਇਆ। ਯਾਰ ਇਹ ਜਿਹੜੇ ਲੁਟੇਰੇ ਆ ਜਾਂਦੇ ਨੇ ਜ਼ਮੀਨਦਾਰਾਂ ਨੂੰ ਬੇਵਕੂਫ ਬਣਾ ਕੇ, ਕੋਈ ਇਦੂ ਵਿਖਾ ਕੇ, ਉਹ ਕਿਦੇ ਗਈਆਂ ਕੰਪਨੀਆਂ? ਯੂਨੀਵਰਸਲ ਵਾਲੇ ਹਨ, ਉਹ ਹਨ, ਉਹ ਕਲੇਮ ਨਹੀਂ ਦਿੰਦੇ, ਮਲਕ ਸਾਹਿਬ ਤੁਹਾਡੀ ਗੱਲ ਕਾਗਜ਼ ਨਹੀਂ ਬਣਦੇ ਉਹਨਾਂ ਦੇ। ਮੇਰੀ ਭਾਵੇਂ ਉਹ ਵੀਡੀਓ ਸੁਣ ਵੀ ਲੈਵੇਂ ਤਾਂ ਮੈਨੂੰ ਫੋਨ ਕਰਨਾ, ਪਰ ਮਲਕ ਸਾਹਿਬ ਤੁਸੀਂ ਕਿਉਂ ਪੇ ਕਰਦੇ? ਮੇਰੇ ਕੋਲ ਕਈ ਬੰਦੇ ਆਏ, ਮਲਕ ਸਾਹਿਬ ਸਾਡੇ ਟਰੈਕਟਰਾਂ ਦੇ ਕਾਗਜ਼ ਨਹੀਂ, ਐਕਸਾਈਜ਼ ਵਾਲੇ ਐਕਸੈਕਟਰੀ ਨਹੀਂ ਕਰਦੇ ਪਏ ਉਹਨਾਂ ਕਾਗਜ਼ ਜੀ। ਜਿਹੜੀ ATS ਕੰਪਨੀ ਹੈ ਨਾ, ਇਹਨਾਂ ਨੇ ਦਾਦੇ ਪੜਦਾਦੇ ਦਾ ਸਿਸਟਮ ਇਹਨਾਂ ਦਾ, ਬਾਹਰੋਂ ਮਾਲ ਇੰਪੋਰਟ ਕਰਕੇ ਟਰੈਕਟਰ ਦਾ ਸਾਰਾ ਬੁਨਿਆਦੀ ਸਮਾਨ ਦਿੰਦੇ ਨੇ। ਇਹ ਅੱਲਾ ਦੀ ਮਿਹਰਬਾਨੀ, ਨੱਸਣ ਭੱਜਣ ਵਾਲੀ ਕੰਪਨੀ ਨਹੀਂ, ਇੱਕ ਪਰਫੈਕਟ ਕੰਪਨੀ। ਜੀ ਹੁਣ ਜਿਸ ਤਰ੍ਹਾਂ ਇਹਨਾਂ YTO ਮੰਗਾਇਆ ਹੈ, ਜੀ ਕਣਕ ਦਾ ਸੀਜ਼ਨ ਹੈ, ਚਾਪਰ ਤੇ ਟਰੈਕਟਰ ਲੱਗਾ ਹੈ, ਥ੍ਰੈਸ਼ਰ ਤੇ ਲੱਗਾ ਹੈ, ਪਹਿਲੀ ਵਾਣੀ ਕੋਈ ਮਸਲਾ ਬਣ ਗਿਆ, ਉਹ ਮਹੀਨਾ 2 ਮਹੀਨੇ ਖੜਾ ਰਿਹਾ, ਪੂਰਾ ਸਾਲ ਹੀ ਬਰਬਾਦ ਹੋ ਗਿਆ। ਇਹਦੇ ਵਿੱਚ ਉਹਨਾਂ ਕੋਲ ਸਾਰਾ ਸਮਾਨ ਅਵੇਲੇਬਲ ਹੈ। ਅਗਰ ਕਿਸੇ ਜ਼ਿਮੀਦਾਰ ਨੂੰ ਕੋਈ ਮਸਲਾ ਬਣੇਦਾ, ਉਸੇ ਟਾਈਮ ਕੰਪਨੀ ਜਾ ਕੇ ਘਰ ਹੁੰਦਾ ਕਲੇਮ ਕਰਕੇ ਆਏ ਦੀ। ਦੂਸਰੀ ਗੱਲ ਬਈ ਇਹ ਨਹੀਂ ਵੀ ਅਗਰ ਪੰਜਾਂ ਦੀ ਸ਼ਾਇਦ ਉਹ 50ਵਾਂ ਹੀ ਦੇਣ, ਉਹ ਵੀ ਗੱਲ ਹਾਂ ਨਹੀਂ, ਉਹ ਗੱਲ ਉਹ ਤਾਂ ਜ਼ਿਆਦਤੀ ਹੈ, ਉਹ ਤਾਂ ਜ਼ਿਆਦਤੀ ਕਲੇਮ ਦੇਣ ਦੇ। ਬਾਕੀ ਜਿਹੜਾ ਆ ਜਾ ਕੇ ਜਿਹੜੇ ਬਾਹਰੋਂ ਪੋਟਰ ਟਰੈਕਟਰ ਵਾਲੇ ਸਪੇਅਰ ਪਾਰਟ ਤੋਂ ਉਹ ਫਾਰਗ ਹੁੰਦੇ ਸੀ, ਸਪੇਅਰ ਪਾਰਟ ਲੱਭਦਾ ਨਹੀਂ ਸੀ, ਜ਼ਿਮੀਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ। ਬਿਲਕੁਲ ਠੀਕ ਹੈ। ਇਹਦਾ ਸਪੇਅਰ ਪਾਰਟ ਇੱਕ ਚੀਜ਼ ਕੰਪਨੀ ਕੋਲ ਅਵੇਲੇਬਲ, ਅੱਛੀ ਗੱਲ ਹੈ। ਔਰ ਕੰਪਨੀ ਦਾ ਟਰੱਕਾਂ ਨਾਲ ਮਾਲ ਆਉਂਦਾ ਬਾਹਰੋਂ ਇੰਪੋਰਟ, ਬਹੁਤ ਅੱਛੀ ਗੱਲ ਹੈ। ਇਹ ਮੁਸ਼ਕਲ ਨਹੀਂ ਹੈ, ਇਹਦਾ ਸਪੇਅਰ ਪਾਰਟ ਨਹੀਂ ਲੱਭਦਾ, ਇਹਨੂੰ ਕੋਈ ਮਸਲਾ ਮਸੈਲ ਹੈ। ਬਾਕੀ ATS ਟਰੈਕਟਰ ਜਿਹਦੇ ਕੋਲ ਵੀ ਹੈ ਕੋਈ ਮਸਲਾ ਸਾਨੂੰ ਦੱਸੇ, ਕਲੇਮ ਦੇ ਵਿੱਚ ਅਸੀਂ ਦੱਸੀ ਉਹਦਾ ਹੱਲ ਕਰਕੇ ਅੱਗੇ।